ਕੁੜੀ ਅੰਡਰਗਾਰਮੈਂਟਸ ਦੇ ਵਿੱਚ ਲੁਕਾ ਕੇ ਰੱਖਦੀ ਸੀ ਰੋਟੀਆਂ। ਬਾਥਰੂਮ 'ਚ ਜਾ ਲੁਕ ਕੇ ਚੋਰੀ ਬੈਠ ਰੋ ਕੇ ਖਾਂਦੀ ਸੀ। ਕੁੜੀ ਦੀ ਜ਼ਿੰਦਗੀ ਬਣ ਗਈ ਸੀ ਨਰਕ। खुद बदले किस्मत दे सितारे। सत श्री अकाल, तुसीं देख रहे हो सांझी सोच टीवी। मैं हाँ तुहाडे नाल सिमिता लिवाल। तुसीं सोच के देखो, तुहाडी रूह कंब जाएगी कि किसी दी जिंदगी जे अजिही होवे। एक कुड़ी जो पहला ही गरीबी दी मारी सीगी, इन्नी गरीबी कि छोटी उम्र दे विच उसदा विआह कर दिता गया। सौरे घर इन्ना तशद्दद कि ओह कुड़ी अंडरगारमेंट्स दे विच रोटियां लुकाउण दे लई मजबूर हो जांदी सी। फिर बाथरूम च जाके खांदी सी, लुक के रोंदी हुई। इन्नी नरक भरी जिंदगी जे किसे दी होवे तां सुण के भी रूह कंब जांदी है। जिसने ओह समा हंडाया बिताया, उसते उस समय दौरान की बीती होएगी। एक कहानी है एक 17 साल दी कुड़ी दी, जिसने अपनी किस्मत दे सितारे खुद बदले। जदों सितारे बदले फिर जिंदगी बदल गई। नरक तो स्वर्ग तक दी सारी कहानी तुहानू दसदे हां। यह एक IAS अफसर दी कहानी है, जिसदा बचपन 17 साल दी उम्र दे विच बहुत दुखां विच बीतिया। ਵਿਆਹ 17 ਸਾਲ ਦੀ ਹੀ ਉਮਰ ਦੇ ਵਿੱਚ ਹੋ ਗਿਆ ਸੀ। ਵਿਆਹ ਤੋਂ ਬਾਅਦ ਉਸਨੇ ਆਪਣੇ ਸਾਰੇ ਘਰ ਦੇ ਵਿੱਚ ਦੁਰਵਿਵਹਾਰ ਬਹੁਤ ਜ਼ਿਆਦਾ ਤਸ਼ੱਦਦ ਬਰਦਾਸ਼ਤ ਕੀਤਾ। ਉਸਦੇ ਪਤੀ ਦੁਆਰਾ ਉਸਨੂੰ ਕੁੱਟਿਆ ਜਾਂਦਾ ਸੀ। ਖਾਣ ਲਈ ਰੋਟੀ ਨਹੀਂ ਦਿੱਤੀ ਜਾਂਦੀ ਸੀ। ਉਹ ਆਪਣੇ ਅੰਡਰਗਾਰਮੈਂਟਸ ਦੇ ਵਿੱਚ ਰੋਟੀਆਂ ਲੁਕਾਉਂਦੀ ਸੀ ਅਤੇ ਬਾਥਰੂਮ ਦੇ ਵਿੱਚ ਜਾ ਕੇ ਖਾਂਦੀ ਸੀ। ਅੰਤ ਵਿੱਚ ਉਸਨੇ ਆਪਣੇ ਪਤੀ ਦੇ ਨਾਲ ਸੰਬੰਧ ਤੋੜ ਲਏ। एक ब्यूटी पार्लर दे विच काम कीता, अपनी पढ़ाई दोबारा शुरू कीती। उसने अपने MA पूरी कीती अते अपने कॉलेज दे विच टॉप कीता। बाद दे विच उसने सिविल सेवावां लई तैयारी कीती। पूरी दृढ़ता अते सख्त मेहनत दे नाल ओह एक अफसर बन गए। सविता प्रधान ने खुद एक इंटरव्यू दे विच अपनी जिंदगी दे वेरविआं दा खुलासा कीता ते उस दौर दा खुलासा कीता जिस समय उसने अपने आप ते चीज़ां हंडाईयां सी। सविता प्रधान ने अपना बचपन बहुत गरीबी दे विच बताया। एक कबायली भाईचारे दे विच जन्मी। ओह अपने पिंड दी पहली कुड़ी सी जिसने 10वीं जमात दी परीक्षा पास कीती। उसदा ब्याह 16 ਜਾਂ 17 साल दी उम्र दे विच हो गया सी। उसदा पति एक ਜ਼ਾਲਮ ਸੀ ਤੇ ਉਸਦੇ ਸਾਰੇ ਉਸਨੂੰ ਬੇਰਹਿਮੀ ਦੇ ਨਾਲ ਤਸੀਹੇ ਦਿੰਦੇ ਸਨ। ਉਸਨੂੰ ਖਾਣ ਲਈ ਰੋਟੀ ਤੱਕ ਨਹੀਂ ਦਿੱਤੀ ਜਾਂਦੀ ਸੀ। ਉਸਨੂੰ ਰੋਟੀ ਲਈ ਸੀ ਸੰਘਰਸ਼ ਕਰਨਾ ਪੈਂਦਾ ਸੀ। ਉਸਨੇ ਆਪਣੀ ਮਾਂ ਨੂੰ ਆਪਣੇ ਨਾਲ ਹੋ ਰਹੇ ਦੁਰਵਿਵਹਾਰ ਬਾਰੇ ਦੱਸਿਆ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਸਵਿਤਾ 2 ਬੱਚਿਆਂ ਦੀ ਮਾਂ ਨੇ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ MPPSC ਦੀ ਪ੍ਰੀਖਿਆ ਪਾਸ ਕੀਤੀ। ਇੱਕ ਇੰਟਰਵਿਊ ਦੇ ਵਿੱਚ ਸਵਿਤਾ ਪ੍ਰਧਾਨ ਨੇ ਕਿਹਾ, ਮੇਰਾ ਜਨਮ ਇੱਕ ਛੋਟੇ ਪਿੰਡ ਵਿੱਚ ਹੋਇਆ ਸੀ। ਇੱਕ ਆਦੀਵਾਸੀ ਪਰਿਵਾਰ ਵਿੱਚ ਹੋਇਆ। ਉੱਥੇ ਕੋਈ ਟੈਲੀਵਿਜ਼ਨ ਜਾਂ ਕੋਈ ਹੋਰ ਸਹੂਲਤ ਨਹੀਂ ਸੀ। ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਖੇਤੀ ਵਿੱਚ ਲੱਗੇ ਹੋਏ ਸਨ ਅਤੇ ਮੈਂ ਉਹਨਾਂ ਦੇ ਨਾਲ ਕੰਮ ਉੱਥੇ ਕਰਦੀ ਸੀ, ਉਹਨਾਂ ਦੀ ਮਦਦ ਕਰਦੀ ਸੀ। ਇੱਕ ਆਦੀਵਾਸੀ ਕੁੜੀ ਹੋਣ ਦੇ ਨਾਤੇ ਮੈਨੂੰ ਸਕਾਲਰਸ਼ਿਪ ਮਿਲੀ। ਮੇਰੇ ਮਾਪੇ ਉਹ 150 ਰੁਪਏ ਪ੍ਰਾਪਤ ਕਰਕੇ ਬਹੁਤ ਖੁਸ਼ ਸਨ। ਮੈਂ ਆਪਣੇ ਪਿੰਡ ਦੀ ਇਕਲੌਤੀ ਕੁੜੀ ਸੀ ਜਿਸਨੇ 10ਵੀਂ ਦੀ ਕਲਾਸ ਪਾਸ ਕੀਤੀ ਸੀ। ਅੱਗੇ ਵੀ ਪੜ੍ਹਾਈ ਕਰਨਾ ਇੱਕ ਵੱਡੀ ਚੁਣੌਤੀ ਸੀ। ਮੈਂ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਆਪਣੇ ਪਿੰਡ ਤੋਂ 7 ਕਿਲੋਮੀਟਰ ਦੂਰ ਇੱਕ ਸਕੂਲ ਵਿੱਚ ਦਾਖਲ ਲਿਆ। ਮੈਂ ਡਾਕਟਰ ਬਣਨ ਦਾ ਸੁਪਨਾ ਦੇਖਿਆ। ਇਸ ਦੌਰਾਨ ਇੱਕ ਬਹੁਤ ਹੀ ਅਮੀਰ ਪਰਿਵਾਰ ਤੋਂ ਵਿਆਹ ਦਾ ਪ੍ਰਸਤਾਵ ਆਇਆ। ਬਿਨਾਂ ਜ਼ਿਆਦਾ ਸੋਚੇ ਸਮਝੇ ਮੇਰੇ ਪਿਤਾ ਜੀ ਨੇ ਮੇਰਾ ਵਿਆਹ ਕਰ ਦਿੱਤਾ। ਹੋਣ ਵਾਲੇ ਸਹੁਰੇ ਨੇ ਵੱਡੇ ਵੱਡੇ ਵਾਅਦੇ ਕੀਤੇ। ਮੇਰੇ ਪਿਤਾ ਜੀ ਨੇ ਲਾੜੇ ਦੇ ਘਰ ਜਾਂ ਜੀਵਨ ਨੂੰ ਦੇਖਦੇ ਹੋਏ ਬਿਨਾਂ ਸੋਚੇ ਸਮਝੇ ਵਿਆਹ ਕਰਵਾ ਦਿੱਤਾ। ਲਾੜਾ ਮੇਰੇ ਤੋਂ 10 ਤੋਂ 11 ਸਾਲ ਵੱਡਾ ਸੀ। ਅੱਗੇ ਦੀ ਪੜ੍ਹਾਈ ਕਰਨਾ ਇੱਕ ਵੱਡੀ ਚੁਣੌਤੀ ਸੀ। ਮੈਂ ਆਪਣੀ ਪੜ੍ਹਾਈ ਸਾਰੀ ਜਾਰੀ ਰੱਖਣ ਦੇ ਲਈ ਇਹ ਸਾਰਾ ਕੁਝ ਬਰਦਾਸ਼ਤ ਕੀਤਾ ਵੀ ਚਲੋ ਕੋਈ ਨਹੀਂ। ਦਾਅਵਾ ਕੀਤਾ, ਵਾਅਦਾ ਕੀਤਾ ਪਰਿਵਾਰ ਨੇ ਕਿ ਅਸੀਂ ਪੜ੍ਹਾਵਾਂਗੇ। ਮੇਰੇ ਪਿਤਾ ਨੇ ਵੀ ਸੋਚੇ ਸਮਝੇ ਉੱਥੇ ਮੇਰਾ ਵਿਆਹ ਕਰ ਦਿੱਤਾ। ਪਰ ਉਸ ਤੋਂ ਬਾਅਦ ਗਰੀਬੀ ਤਾਂ ਮੈਂ ਕੱਟ ਹੀ ਰਹੀ ਸੀ। ਉਸ ਤੋਂ ਬਾਅਦ ਪਰਿਵਾਰ ਦੇ ਸਹੁਰਾ ਪਰਿਵਾਰ ਦੇ ਤਸੀਹੇ ਸ਼ੁਰੂ ਹੋ ਗਏ। ਸਵਿਤਾ ਕਹਿੰਦੀ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਮੈਨੂੰ ਵਿਆਹ ਦਾ ਮਤਲਬ ਵੀ ਸਮਝ ਨਹੀਂ ਸੀ। ਮੈਂ ਸਿਰਫ 16 ਜਾਂ 17 ਸਾਲ ਦੀ ਸੀ। ਮੈਂ ਆਪਣੇ ਸਹੁਰੇ ਘਰ ਸਾਰੇ ਘਰ ਦੇ ਕੰਮ ਕਰਦੀ ਸੀ। ਮੈਂ ਇਸ ਨਾਲ ਸੰਤੁਸ਼ਟ ਸੀ। ਫਿਰ ਵੀ ਮੈਨੂੰ ਖਾਣ ਲਈ
ਰੋਟੀ ਨਹੀਂ ਦਿੱਤੀ ਜਾਂਦੀ ਸੀ। ਬਹੁਤ ਸਾਰੀਆਂ ਪਾਬੰਦੀਆਂ ਸਨ ਅਤੇ ਮੈਂ ਸਭ ਤੋਂ ਬਾਅਦ ਖਾਣਾ ਖਾਂਦੀ ਸੀ। ਮੈਂ ਆਪਣੇ ਅੰਡਰਗਾਰਮੈਂਟਸ ਦੇ ਵਿੱਚ ਰੋਟੀਆਂ ਲੁਕਾਉਂਦੀ ਸੀ ਅਤੇ ਬਾਥਰੂਮ ਦੇ ਵਿੱਚ ਜਾ ਕੇ ਖਾਂਦੀ ਸੀ। ਮੈਂ ਆਪਣੇ ਸਹੁਰੇ ਘਰ ਵਿੱਚ ਹੋਣ ਵਾਲੇ ਦੁਰਵਿਵਹਾਰ ਤੋਂ ਤੰਗ ਆ ਗਈ ਸੀ। ਮੈਨੂੰ ਰੋਜ਼ਾਨਾ ਕੁੱਟਿਆ ਜਾਂਦਾ ਸੀ। ਜਦੋਂ ਮੈਂ ਬਿਮਾਰ ਹੋ ਗਈ ਤਾਂ ਮੈਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਮੈਂ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਈ। ਆਪਣਾ ਦਰਦ ਸਾਂਝਾ ਕਰਦੇ ਹੋਏ ਉਹਨਾਂ ਕਿਹਾ ਕਿ ਮੈਂ ਰੋਟੀਆਂ ਨੂੰ ਆਪਣੇ ਅੰਡਰਗਾਰਮੈਂਟਸ ਦੇ ਵਿੱਚ ਲੁਕਾਉਂਦੀ ਸੀ ਅਤੇ ਬਿਨਾਂ ਕਿਸੇ ਸਬਜ਼ੀ ਤੋਂ ਉੱਥੇ ਬੈਠ ਕੇ ਖਾਂਦੀ ਸੀ ਤੇ ਰੋਂਦੀ ਸੀ। ਮੇਰੀ ਮਾਨਸਿਕ ਸਥਿਤੀ ਇਸ ਹੱਦ ਤੱਕ ਵਿਗੜ ਗਈ ਸੀ ਕਿ ਮੈਂ ਇੱਕ ਬਾਲਟੀ ਵਿੱਚ ਪਿਸ਼ਾਬ ਕਰ ਲੈਂਦੀ ਸੀ ਅਤੇ ਸਾਰਾ ਪਾਣੀ ਆਪਣੇ ਉੱਤੇ ਪਾ ਲੈਂਦੀ ਸੀ। ਮੈਂ ਆਪਣੇ ਆਪ ਨੂੰ ਕਿਹਾ ਮੈਂ ਝਾੜੂ ਫੇਰਾਂਗੀ, ਪੋਚਾ ਫੇਰਾਂਗੀ, ਜੋ ਲੋੜ ਪਈ ਤਾਂ ਮੈਂ ਵੇਸਵਾ ਬਣ ਜਾਵਾਂਗੀ ਜਾਂ ਰੇਲਵੇ ਸਟੇਸ਼ਨ ਤੇ ਸੋ ਜਾਵਾਂਗੀ, ਪਰ ਮੈਂ ਉਹਨਾਂ ਲਈ ਨਹੀਂ ਮਰਾਂਗੀ। 1.5 ਸਾਲ ਦੇ ਅੰਦਰ ਮੈਂ 2 ਬੱਚਿਆਂ ਦੀ ਮਾਂ ਬਣੀ, ਫਿਰ ਵੀ ਮੇਰੇ ਹਾਲਾਤ ਨਹੀਂ ਸੁਧਰੇ। ਮੇਰੀ ਮਾਂ ਨੇ ਮੇਰਾ ਸਾਥ ਦਿੱਤਾ। ਮੈਂ ਆਪਣੇ ਮਾਪਿਆਂ ਦੇ ਘਰ ਰਹੀ, ਅੱਗੇ ਦੀ ਪੜ੍ਹਾਈ ਕੀਤੀ, ਕਿ ਬਿਊਟੀ ਪਾਰਲਰ ਦੇ ਵਿੱਚ ਕੰਮ ਕੀਤਾ ਅਤੇ ਆਪਣੀ ਐਮਏ ਪੂਰੀ ਕੀਤੀ। ਆਪਣੀ ਕਾਲਜ ਦੀ ਕਲਾਸ ਵਿੱਚ ਟੌਪ ਕੀਤਾ। ਇਹ ਸਭ ਕੁਝ ਮੇਰੇ 2 ਬੱਚਿਆਂ ਦੀ ਪਰਵਰਿਸ਼ ਕਰਦੇ ਹੋਏ ਇਸ ਦੌਰਾਨ ਮੇਰਾ ਪਤੀ ਮੇਰਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਮੈਂ ਸਭ ਤੋਂ ਪਹਿਲਾਂ ਰੋਜ਼ਗਾਰ ਨਿਰਮਾਣ ਅਖਬਾਰ ਰਾਹੀਂ ਸਿਵਲ ਸੇਵਾਵਾਂ ਬਾਰੇ ਸਿੱਖਿਆ ਅਤੇ MPPSC ਪ੍ਰੀਖਿਆ ਲਈ ਅਰਜ਼ੀ ਦਿੱਤੀ। ਮੈਂ ਆਪਣੀ ਪਹਿਲੀ ਕੋਸ਼ਿਸ਼ ਵਿੱਚ ਇੰਟਰਵਿਊ ਦੇ ਪੜਾਅ ਦੇ ਪਹੁੰਚੀ ਅਤੇ ਮੈਨੂੰ 75,000 ਦੀ ਸਕਾਲਰਸ਼ਿਪ ਮਿਲੀ। ਮੈਂ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਇੱਕ ਅਧਿਕਾਰੀ ਬਣ ਗਈ। ਗੋਟੇਗਾਓ ਨਗਰਪਾਲਿਕਾ ਵਿੱਚ ਆਪਣੀ ਸ਼ੁਰੂਆਤੀ ਪੋਸਟਿੰਗ ਦੇ ਨਾਲ ਅਫਸਰ ਬਣਨ ਦੇ ਬਾਵਜੂਦ ਉਸਦੇ ਪਤੀ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਸਨੇ ਬੈਂਕ ਤੋਂ ਪੈਸੇ ਦੀ ਵਰਤੋਂ ਕਰਕੇ ਉਸ ਨੂੰ ਇੱਕ ਕਾਰ ਲੈਣ ਵਿੱਚ ਮਦਦ ਕੀਤੀ। ਫਿਰ ਵੀ ਸਰੀਰਕ ਸ਼ੋਸ਼ਣ ਨਹੀਂ ਰੁਕਿਆ। ਅੰਤ ਵਿੱਚ ਹੱਦ ਤੱਕ ਧੱਕੇ ਜਾਣ ਤੇ ਉਸਨੇ ਆਪਣੇ ਪਤੀ ਵਿਰੁੱਧ ਕੇਸ ਦਰਜ ਕੀਤਾ ਅਤੇ ਉਸਦਾ ਤਲਾਕ ਹੋ ਗਿਆ। ਸਵਿਤਾ ਪ੍ਰਧਾਨ ਨੇ 2017 ਵਿੱਚ ਦੁਬਾਰਾ ਵਿਆਹ ਕਰਵਾ ਲਿਆ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਉਹ ਇਸ ਸਮੇਂ ਸਿੰਗਰੌਲੀ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਤੈਨਾਤ ਹੈ। ਤਾਂ ਇੱਕ ਕੁੜੀ जिसने तशद्दद भी बर्दाश्त किया, गरीबी भी झल्ली, शरीरक शोषण भी झल्लिया ते फिर भी अपनी किस्मत के सितारे बदल लए। तां इस करके निराश होके ना बैठिया करो। जिंदगी दे विच बहुत सारियां मुश्किलां सामने आउंदियां ने, पर उन्हां मुश्किलां दे नाल लड़ो। सानू खुद भी नहीं पता हुंदा कई बार कदों साडी किस्मत के सितारे बदल जाण, साडा वक्त आ जावे ते सारा कुछ सैट हो जावे। इस करके निराश होके गलत कदम ना चुक्या करो, लड़िया करो, संघर्ष करया करो। बाकी इस कुड़ी दी, इस अफसर दी कहानी बारे तुहाडा की कहना है, कमेंट करके जरूर दस्सिओ।